हेलो एवरीवन ਵੈਲਕਮ ਟੂ ਗਿਲਜ਼ ਮੈਂਟੋਰ ਆਨਲਾਈਨ ਈ-ਲਰਨਿੰਗ ਚੈਨਲ। ਅੱਜ ਅਸੀਂ ਕੰਟੀਨਿਊ ਕਰਨ ਜਾ ਰਹੇ ਹਾਂ ਵਿਦ ਪਾਰਟ 35 ਆਫ 1800 ਜੀਕੇ ਐਂਡ ਜੀਐਸ ਸੀਰੀਜ਼ ਕੁਐਸਚਨਸ। ਇਹ ਸੀਰੀਜ਼ ਤੁਹਾਡੇ ਆਉਣ ਵਾਲੇ ਸਭ ਪੰਜਾਬ ਸਟੇਟ ਲੈਵਲ ਦੇ ਐਗਜ਼ਾਮਸ ਫॉर ਐਗਜ਼ਾਮਪਲ ਪੀਪੀਐਸਸੀ, ਪੀਐਸਈਬੀ, ਪਟਵਾਰੀ, ਹਾਈ ਕੋਰਟ ਦੇ ਐਗਜ਼ਾਮਸ ਨੂੰ ਕਰੈਕ ਕਰਨ 'ਚ ਬਹੁਤ ਲਾਭਦਾਇਕ ਰਹੇਗੀ। ਅਜਿਹੀਆਂ ਹੋਰ ਇੰਪੋਰਟੈਂਟ ਵੀਡੀਓਜ਼ ਨੂੰ ਮਿਸ ਨਾ ਕਰਨ ਲਈ ਅਤੇ ਟਾਈਮਲੀ ਅਤੇ ਲੇਟੈਸਟ ਨੋਟੀਫਿਕੇਸ਼ਨਸ ਨੂੰ ਗ੍ਰੈਬ ਕਰਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ। ਸੋ ਪਾਰਟ ਨੰਬਰ 34 'ਚ ਅਸੀਂ ਕੁਐਸਚਨ ਨੰਬਰ 1 to 20 ਡਿਸਕਸ ਕੀਤੇ ਸੀ। ਮੂਵਿੰਗ ਔਨ ਟੂ ਨੈਕਸਟ ਕੁਐਸਚਨ ਦੈਟ ਹੈਪਨਸ ਟੂ ਬੀ ਕੁਐਸਚਨ ਨੰਬਰ 21। ਹਾਊ ਮੈਨੀ ਆਰਟੀਕਲਸ ਆਰ ਦੇयर ਇਨ ਦੀ ਇੰਡੀਅਨ ਕੌਨਸਟੀਟਿਊਸ਼ਨ? ਭਾਰਤ ਦਾ ਜੋ ਸੰਵਿਧਾਨ ਹੈ ਉਸ 'ਚ ਕਿੰਨੇ ਆਰਟੀਕਲਸ ਨੇ? ਆਪਸ਼ਨ 1 is 395, option 2 is 396, option 3 398, option 4 399. The correct answer here is option number 1 395. ਇਸ ਕੁਐਸਚਨ ਨੂੰ ਹੋਰ ਚੰਗੀ ਤਰ੍ਹਾਂ ਐਕਸਪਲੇਨ ਕਰਦਿਆਂ ਹੋਇਆ ਕਿ ਜੋ ਭਾਰਤ ਦਾ ਸੰਵਿਧਾਨ ਹੈ ਇਟ ਇਜ਼ ਦ ਲੌਂਗੈਸਟ ਰਿਟਨ ਕੌਨਸਟੀਟਿਊਸ਼ਨ ਅਕਰੋਸ ਦ ਵਰਲਡ। ਇਹ ਸਭ ਤੋਂ ਲੰਬਾ ਅਤੇ ਲਿਖਿਤ ਕੌਨਸਟੀਟਿਊਸ਼ਨ ਹੈ ਪੂਰੀ ਦੁਨੀਆ ਦਾ, ਜਿਸ 'ਚ 448 ਆਰਟੀਕਲਸ ਨੇ, 22 ਪਾਰਟਸ, 12 ਸ਼ਡਿਊਲਸ ਨੇ ਐਂਡ ਹੁਣ ਤੱਕ 100 ਅਮੈਂਡਮੈਂਟਸ ਅਸੀਂ ਇਸ 'ਚ ਕਰ ਚੁੱਕੇ ਹਾਂ। ਆਲਦੋ ਜੋ ਇਨ ਟੋਟੈਲਿਟੀ ਜੋ ਸਾਡੇ ਕੌਨਸਟੀਟਿਊਸ਼ਨ ਦੀ ਸੀਰੀਜ਼ ਹੈ ਇਟ ਹੈਪਨਸ ਟੂ ਬੀ 395। ਜਦੋਂ ਵੀ ਆਪਾਂ ਕੋਈ ਅਮੈਂਡਮੈਂਟ ਕਰਦੇ ਹਾਂ ਵੀ ਐਡ ਇਨ ਐਨ ਆਰਟੀਕਲ, ਔਰ ਜੋ ਉਹ ਆਰਟੀਕਲ ਹੈ ਉਹ ਓਰੀਜਨਲ ਸੀਰੀਜ਼ ਦੇ ਸਭ ਪਾਰਟਸ 'ਚ ਐਡ ਹੁੰਦਾ ਜਾਂਦਾ। ਤਾਂ ਐਜ਼ ਆਫ ਮਾਰਚ 2012 ਆਰ ਟੋਟਲ ਕਾਊਂਟਿੰਗ ਇਜ਼ 448, ਬਟ ਜੋ ਓਰੀਜਨਲ ਕਾਊਂਟਿੰਗ ਹੈ ਇਟ ਵਿਲ always remain 395. For example, Article 21A pertaining to right to education was inserted by the 86th Amendment Act. 86th Amendment ने right to education जो है आर्टिकल इंसर्ट किया। आर्टिकल 21 ਉਹਦਾ सब part A। Moving on to question number 22. A federal structure for India was first put forward by the, it's again a repeated question, I hope ਤੁਹਾਨੂੰ ਯਾਦ ਹੋਏਗਾ। A federal structure ਜੋ ਸੀਗਾ ਇੰਡੀਆ ਦਾ ਇਹ ਸਭ ਤੋਂ ਪਹਿਲਾਂ ਕਦੋਂ ਇੰਟਰੋਡਿਊਸ ਹੋਇਆ? Option 1 is Act of 1861, option 2 is Act of 1909, option 3 is Act of 1919, option 4 is Act of 1935. It's Act of 1935. Correct answer here is option 4, Act of 1935. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆ ਕਿ ਦ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਥਰੂ ਜੋ ਹੈ ਆਪਣਾ ਕਨਸੈਪਟ ਆਫ ਫੈਡਰੇਸ਼ਨ ਆਇਆ ਇੰਡੀਆ 'ਚ। ਤੇ not only this, it helped us to establish federal courts in future. Moving on to question number 23. When was our national anthem first sung and where? कि जो अपना national anthem है वो सब तो पहला कित्थे ते कदों गाया गया? Option 1 is 24 January 1950 in Allahabad. Option 2 is 24th January 1950 in Delhi. Option 3 is 26 December 1942 in Calcutta. Option 4 is 27th December 1911 in Calcutta. The correct answer here is option number 4, 27th December 1911 in Calcutta. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆ ਕਿ ਜੋ ਆਪਣਾ ਨੈਸ਼ਨਲ ਐਂਥਮ ਹੈ ਇਟ ਇਜ਼ ਬੇਸਿਕਲੀ ਅ ਸੰਸਕ੍ਰਿਤਾਈਜ਼ਡ ਲੈਂਗੁਏਜ ਐਂਡ ਇਟ ਵਾਜ਼ ਰਿਟਨ ਬਾਏ ਅ ਨੋਬਲ ਲੌਰੀਏਟ ਰਬਿੰਦਰਨਾਥ ਟੈਗੋਰ। ਇਹਨੂੰ ਸਭ ਤੋਂ ਪਹਿਲਾਂ ਕੈਲਕਟਾ ਸੈਸ਼ਨ ਆਫ ਦੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਲਕਟਾ ਸੈਸ਼ਨ 'ਚ ਔਨ December 27, 1911 'ਚ ਗਾਇਆ ਗਿਆ। ਨੈਕਸਟ ਕੁਐਸਚਨ ਸੇਜ਼ The Constitution of India came into force on कि जो इंडियन कॉन्स्टिट्यूशन है भारतीय संविधान एक कदों लागू होना शुरू होया? Option 1 is 26 January 1950, option 2 is 26 January 1952, option 3 is 15th August 1948, option 4 is 26 November 1949.
The correct answer here is option 1, 26 January 1950. ਇਸ ਨੂੰ ਥੋੜ੍ਹਾ ਹੋਰ ਐਕਸਪਲੇਨ ਕਰਦੇ ਹੋਇਆ ਕਿ ਜੋ ਇੰਡੀਆ ਹੈ ਇਟ ਇਜ਼ ਗਵਰਨਡ ਇਨ ਟਰਮਸ ਆਫ ਦੀ ਕੌਨਸਟੀਟਿਊਸ਼ਨ ਆਫ ਇੰਡੀਆ ਕਿ ਆਪਾਂ ਆਪਣੇ ਸੰਵਿਧਾਨ ਦੇ ਅਕੋਰਡਿੰਗ ਚੱਲਦੇ ਹਾਂ ਐਂਡ ਇਟ ਵਾਜ਼ ਅਡੋਪਟਡ ਬਾਈ ਦੀ ਕੌਨਸਟੀਟਿਊਐਂਟ ਅਸੈਂਬਲੀ ਇਹ ਕੌਨਸਟੀਟਿਊਐਂਟ ਅਸੈਂਬਲੀ ਦੁਆਰਾ 26 ਨਵੰਬਰ 1949 ਨੂੰ ਅਡੋਪਟ ਕੀਤਾ ਗਿਆ ਐਂਡ ਇਟ ਕੇਮ ਇਨਟੂ ਫੋਰਸ ਦੈਟ ਇਜ਼ ਲਾਗੂ ਹੋਣਾ ਔਨ 26 ਜਨਵਰੀ 1950 ਇਹ 26 ਜਨਵਰੀ 1950 ਵਿੱਚ ਲਾਗੂ ਹੋਇਆ। नेक्स्ट क्वेश्चन इज़ द टर्म कास्ट वॉज डिराइव्ड फ्रॉम कि जो टर्म है कास्ट यानी कि जात एक केड़ी कंट्री चो डिराइव की गई। ऑप्शन 1 इज़ पोर्टुगीज़, ऑप्शन 2 इज़ डच, ऑप्शन 3 इज़ जर्मन, ऑप्शन 4 इज़ इंग्लिश। द करेक्ट आंसर हेयर इज़ ऑप्शन नंबर 1 पोर्टुगीज़। ਸੋ ਇਹਨੂੰ ਹੋਰ ਐਕਸਪਲੇਨ ਕਰਦਿਆਂ ਹੋਇਆ ਕਿ ਜੋ ਇਹ ਇੰਗਲਿਸ਼ ਵਰਡ ਕਾਸਟ ਹੈ ਇਹਦੀ ਆਪਾਂ ਜਦੋਂ ਆਪਾਂ ਵੀ ਟਰੇਸ ਬੈਕ ਇਟਸ ਹਿਸਟਰੀ ਤਾਂ ਇਹਦੀ ਓਰੀਜਨ ਆਪਾਂ ਨੂੰ ਸਪੈਨਿਸ਼ ਅਤੇ ਪੋਰਟੁਗੀਜ਼ ਰੂਟਸ 'ਚ ਮਿਲਦੀ ਹੈ ਅਤੇ ਵੈਨ ਦ ਸਪੈਨਿਸ਼ ਕੋਲੋਨਾਈਜ਼ ਦ ਨਿਊ ਵਰਲਡ ਦੇ ਯੂਜ਼ ਦ ਵਰਡ ਟੂ ਮੀਨ ਅ ਕਲੈਨ ਔਰ ਲੀਨੀਏਜ। ਇਹਦਾ ਉਸ ਜ਼ਮਾਨੇ 'ਚ ਜਦੋਂ ਸਪੈਨਿਸ਼ ਇਸ ਵਰਡ ਨੂੰ ਯੂਜ਼ ਕਰਦੇ ਸੀ ਤਾਂ ਇਹਨੂੰ ਕਲੈਨ ਜਾਂ ਲੀਨੀਏਜ ਦੇ ਸੈਂਸ 'ਚ ਯੂਜ਼ ਕਰਦੇ ਸੀ। ਇਟ ਵਾਜ਼ ਇਨ 1498 ਜਦੋਂ ਪੋਰਟੁਗੀਜ਼ ਅਤੇ ਹਿੰਦੂ ਸੋਸ਼ਲ ਗਰੁੱਪਸ ਜਦੋਂ ਮਿਕਸਅਪ ਹੋਏ ਤਾਂ ਇਹਦੇ ਇਸ ਕਾਸਟ ਕੌਨਸੈਪਟ ਦਾ ਥੋੜ੍ਹੀ ਪੋਪੂਲੈਰਿਟੀ ਗੇਨ ਕੀਤੀ ਅਤੇ ਜੋ ਇੰਗਲਿਸ਼ ਸਟੇਟਸ ਨੇ ਉਹਨਾਂ 'ਚ ਇਹ 1600s 'ਚ ਵਰਡ ਜੋ ਹੈ ਉਹ ਇੰਟਰੋਡਿਊਸ ਹੋਇਆ। ਕੁਐਸਚਨ ਨੰਬਰ 26 ਸੇਜ਼ ਦ ਟਰਮ ਗ੍ਰੇਟਰ ਇੰਡੀਆ ਡਿਨੋਟਸ ਕਿ ਜੋ ਟਰਮ ਹੈ ਗ੍ਰੇਟਰ ਇੰਡੀਆ ਇਸ ਤੋਂ ਆਪਾਂ ਨੂੰ ਕੀ ਸਮਝ ਆਉਂਦਾ। Option 1 is political unity, option 2 is cultural unity, option 3 is religious unity, option 4 is social unity. The correct answer here is option number 2, cultural unity. ਇਸ ਨੂੰ ਥੋੜ੍ਹਾ ਹੋਰ ਐਕਸਪਲੇਨ ਕਰਦਿਆਂ ਹੋਇਆ ਕਿ ਜਦੋਂ ਵੀ ਆਪਾਂ ਗ੍ਰੇਟਰ ਇੰਡੀਆ ਦੀ ਗੱਲ ਕਰਦੇ ਹਾਂ ਆਪਾਂ ਉਸ ਇੰਡੀਆ ਦੀ ਗੱਲ ਕਰਦੇ ਹਾਂ ਉਸ ਪੁਰਾਣੇ ਇੰਡੀਆ ਦੀ ਗੱਲ ਕਰਦੇ ਹਾਂ ਜਿਸ ਦੀ ਬਾਊਂਡਰੀਜ਼ ਬਹੁਤ ਐਕਸਟੈਂਡਡ ਸੀਗੀਆਂ ਅਤੇ ਜਦੋਂ ਹਿੰਦੂਇਜ਼ਮ ਹੀ ਨਹੀਂ not only Hinduism but Buddhism was also popular, equally popular because Chinese from the Silk Route had entered India and thus ਆਪਾਂ ਜਦੋਂ ਵੀ ਪੁਰਾਣੇ ਇੰਡੀਆ ਦੀ ਗੱਲ ਕਰਦੇ ਹਾਂ it was very rich in culture and thus that is the India we call as Greater India. Moving on to question number 27, the two forms of democracy are ਕਿ ਜੋ ਡੈਮੋਕ੍ਰੇਸੀ ਹੈ ਲੋਕਤੰਤਰ ਇਹਦੇ ਦੋ ਜਿਹੜੀਆਂ ਟਾਈਪਸ ਨੇ ਉਹ ਕਿਹੜੀਆਂ ਨੇ। ਆਪਸ਼ਨ 1 ਇਜ਼ ਪਾਰਲੀਮੈਂਟਰੀ ਐਂਡ ਪ੍ਰੈਜ਼ੀਡੈਂਸ਼ੀਅਲ, ਆਪਸ਼ਨ 2 ਇਜ਼ ਡਾਇਰੈਕਟ ਐਂਡ ਇਨਡਾਇਰੈਕਟ, ਆਪਸ਼ਨ 3 ਇਜ਼ ਮੋਨਾਰਕੀਅਲ ਐਂਡ ਰਿਪਬਲਿਕਨ, ਆਪਸ਼ਨ 4 ਇਜ਼ ਪਾਰਲੀਮੈਂਟਰੀ ਐਂਡ ਕਿੰਗ। ਕਰੈਕਟ ਆਂਸਰ ਹੇਅਰ ਇਜ਼ ਆਪਸ਼ਨ ਨੰਬਰ 1 ਪਾਰਲੀਮੈਂਟਰੀ ਐਂਡ ਪ੍ਰੈਜ਼ੀਡੈਂਸ਼ੀਅਲ। ਸੋ ਜਿਹੜੀ ਡੈਮੋਕ੍ਰੇਸੀ ਹੈ ਇਟ ਹੈਜ਼ ਗੋਟ ਟੂ ਫਾਰਮਸ, parliamentary form and presidential form। ਆਪਾਂ ਇਹਨੂੰ with reference to countries like India and USA ਤੋਂ ਸਮਝ ਸਕਦੇ ਹਾਂ ਕਿ ਜੋ ਇੰਡੀਆ ਹੈ ਇਟ ਇਜ਼ ਅ ਪਾਰਲੀਮੈਂਟਰੀ ਫਾਰਮ, USA ਇਜ਼ ਅ ਪ੍ਰੈਜ਼ੀਡੈਂਸ਼ੀਅਲ ਫਾਰਮ। ਇੰਡੀਆ 'ਚ ਜੋ ਪ੍ਰੈਜ਼ੀਡੈਂਟ ਹੈ ਉਹਦੇ ਕੋਲ ਸਾਰੀਆਂ ਪਾਵਰਸ ਨਹੀਂ ਹੈਗੀਆਂ। ਵੀ ਹੈਵ ਅ ਸੈਪਰੇਟ ਹੈਡ ਆਫ ਦ ਸਟੇਟ ਐਂਡ ਹੈਡ ਆਫ ਦ ਗਵਰਨਮੈਂਟ wherein when we talk about developed countries like USA the president has got all the powers to control the country। ਇਹ ਜੋ ਹੈ ਸਿੰਪਲ ਡਿਫਰੈਂਸ ਹੈ ਬਿਟਵੀਨ ਪਾਰਲੀਮੈਂਟਰੀ ਐਂਡ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ। ਮੂਵਿੰਗ ਔਨ ਟੂ ਕੁਐਸਚਨ ਨੰਬਰ 28, ਦੀ ਕੌਨਸਟੀਟਿਊਸ਼ਨ ਆਫ ਇੰਡੀਆ ਕੰਟੇਨਸ ਅਗੇਨ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਸ 'ਚ ਕਿੰਨੇ ਆਰਟੀਕਲਸ ਨੇ। ਆਪਸ਼ਨ 1 ਇਜ਼ 340 ਆਰਟੀਕਲਸ, ਆਪਸ਼ਨ 2 ਇਜ਼ 395 ਆਰਟੀਕਲਸ, ਆਪਸ਼ਨ 3 ਇਜ਼ 400 ਆਰਟੀਕਲਸ, option 4 is 404 articles। The answer remains the same, option number 2 395 articles। explanation also remains the same कि जो total number of articles ने constitution ਦੇ they will always remain 395 but ਜਦੋਂ ਆਪਾਂ ਉਹਨਾਂ ਨੂੰ ਕੱਲੇ ਨੂੰ count ਕਰਾਂਗੇ with sub parts then it comes to be around 448 or 450। so ਜਿੰਨੇ ਵੀ new articles ਆਪਾਂ add ਕਰਦੇ ਹਾਂ in the constitution we add it via certain amendments and we add it as sub parts। ਆਪਾਂ already ਜੋ articles ਨੇ ਉਹਨਾਂ ਦੇ ਅੱਗੇ further sub parts ਆਪਾਂ create ਕਰ ਦਿੰਦੇ ਹਾਂ। ਨਵਾਂ article ਆਪਾਂ ਇੱਦਾਂ introduce ਨਹੀਂ ਕਰਦੇ। again for example is article 21
A. A is the new subpart. Moving on to question number 29, which was described by Dr. B.R. Ambedkar as the heart and soul of the constitution. ਇਹਨਾਂ ਵਿੱਚੋਂ ਕੀ ਚੀਜ਼ ਹੈ, ਕਿਹੜੀ ਰਾਈਟ ਹੈ ਜਿਸਨੂੰ ਡਾਕਟਰ ਬੀ ਆਰ ਅੰਬੇਦਕਰ ਨੇ ਹਾਰਟ ਐਂਡ ਸੋਲ ਆਫ ਦੀ ਕੌਨਸਟੀਟਿਊਸ਼ਨ ਕਿਹਾ ਹੈ? ਫਰਸਟ ਆਪਸ਼ਨ ਇਜ਼ ਰਾਈਟ ਟੂ ਇਕੁਆਲਿਟੀ, ਸੈਕੰਡ ਆਪਸ਼ਨ ਇਜ਼ ਰਾਈਟ ਅਗੇਂਸਟ ਐਕਸਪਲੋਇਟੇਸ਼ਨ, third option is right to constitutional remedies, fourth option is right to freedom of religion. The correct answer here is option number 3, right to constitutional remedies. ਇਹਨੂੰ ਥੋੜਾ ਹੋਰ ਐਕਸਪਲੇਨ ਕਰਦਿਆਂ ਹੋਇਆ ਕਿ ਜੋ ਡਾਕਟਰ ਬੀ ਆਰ ਅੰਬੇਦਕਰ ਸੀਗੇ, who was the chairman of the drafting committee back then, he said that the fundamental right to constitutional remedies is the heart and soul of the constitution. कि जो ਭਾਰਤੀ ਸੰਵਿਧਾਨ ਦਾ ਹਾਰਟ ਐਂਡ ਸੋਲ ਹੈ ਉਹ ਕੌਣ ਹੈ? ਇਟ ਇਜ਼ ਦ ਰਾਈਟ ਟੂ ਦ ਕੌਨਸਟੀਟਿਊਸ਼ਨਲ ਰੈਮਡੀਜ਼. ਰਾਈਟ ਟੂ ਕੌਨਸਟੀਟਿਊਸ਼ਨਲ ਰੈਮਡੀਜ਼ ਕੀ ਹੁੰਦਾ ਹੈ ਕਿ ਜਦੋਂ ਵੀ ਫੰਡਾਮੈਂਟਲ ਰਾਈਟਸ ਨਾਲ ਕੋਈ ਡਿਸਟਰਬੈਂਸ ਹੁੰਦੀ ਹੈ ਸਾਡੇ ਫੰਡਾਮੈਂਟਲ ਰਾਈਟਸ ਨਾਲ, ਵੀ ਹੈਵ ਦ ਪਾਵਰ ਟੂ ਗੋ ਟੂ ਦ ਕੋਰਟ ਐਂਡ ਫਾਈਲ ਅ ਰਿਟ ਪਟੀਸ਼ਨ. ਕੋਰਟ ਜੋ ਹੈ ਉਹ ਕੁਛ ਰਿਟਸ ਇਸ਼ੂ ਕਰਦਾ ਹੈ. ਦੀਜ਼ ਰਿਟਸ ਆਰ ਹੈਬੀਅਸ ਕਾਰਪਸ, ਮੈਂਡੇਮਸ, ਪ੍ਰੋਹਿਬਿਸ਼ਨ, ਕਿਓ ਵੋਰੈਂਟੋ ਐਂਡ certiorari. Next question is, in India, the concept of single citizenship is adopted from option 1 England, option 2 USA, option 3 Canada, option 4 France. ਇਹ ਪੁੱਛਣਾ ਚਾਹ ਰਿਹਾ ਕਿ ਇੰਡੀਆ 'ਚ ਜਿਹੜਾ ਸਿੰਗਲ ਸਿਟੀਜ਼ਨਸ਼ਿਪ ਦਾ ਕਨਸੈਪਟ ਹੈ ਉਹ ਕਿਹੜੀ ਕੰਟਰੀ ਤੋਂ ਆਪਾਂ ਅਡੋਪਟ ਕੀਤਾ? ਦ ਕਰੈਕਟ ਆਨਸਰ ਹੇਅਰ ਇਜ਼ option 1 ਇੰਗਲੈਂਡ. ਥੋੜ੍ਹਾ ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜੋ ਇੰਡੀਅਨ ਕੌਨਸਟੀਟਿਊਸ਼ਨ ਹੈ ਇਟ ਇਜ਼ ਨੋਟ ਅ ਪਿਓਰ ਕੌਨਸਟੀਟਿਊਸ਼ਨ, ਇਟ ਇਜ਼ ਨੋਟ ਪਿਓਰ ਇੰਡੀਅਨ. ਆਪਾਂ ਬਹੁਤ ਸਾਰੀਆਂ ਕੰਟਰੀਜ਼ ਤੋਂ ਕੁਛ ਫੀਚਰਸ ਲੈ ਕੇ ਬੋਰੋ ਕਰਕੇ ਆਪਾਂ ਆਪਣਾ ਇੱਕ ਕੌਨਸਟੀਟਿਊਸ਼ਨ ਫਰੇਮ ਕੀਤਾ. ਇਸੇ ਤਰ੍ਹਾਂ ਕੁਛ ਫੀਚਰਸ ਆਪਾਂ ਇੰਗਲੈਂਡ ਤੋਂ ਲਏ, ਜਿਸ ਤਰ੍ਹਾਂ ਕੀ ਹੈ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, introduction of speaker and his role, the concept of single citizenship जो इस question च पूछा गया है, rule of law, procedure of law making and many more from England. ਤਾਂ ਜਿਹੜੇ ਕੁਝ features ਸੀਗੇ ਜੋ ਆਪਾਂ ਇੰਗਲੈਂਡ ਤੋਂ borrow ਕੀਤੇ, single citizenship is one of them. Next question says the drafting of the constitution was completed on, कि जो constitution ਦਾ ਜਦੋਂ final drafting ਸੀਗੀ ਉਹ ਕਦੋਂ complete ਹੋਈ? Option 1 is 26 January 1950, option 2 is 26 December 1949, option 3 is 26 November 1949, option 4 is 30th November 1949. The correct option here is option number 3, 26 November 1949. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆ ਕਿ ਜਦੋਂ ਆਪਣਾ ਕੌਨਸਟੀਟਿਊਸ਼ਨ ਅਜੇ ਫਾਈਨਲ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਵੀ ਹੈਡ ਪ੍ਰੀਪੇਅਰਡ ਅ ਡਰਾਫਟ ਕੌਨਸਟੀਟਿਊਸ਼ਨ. ਇਟ ਵਾਜ਼ ਅ ਟੈਂਪਰਰੀ ਵਨ, ਜਾਂ ਤੁਸੀਂ ਕਹਿ ਲਓ ਬਲੂ ਪ੍ਰਿੰਟ ਕਹਿ ਲਓ ਉਹਨੂੰ, ਕਿ ਇਟ ਵਾਜ਼ ਅ ਡਰਾਫਟ ਪ੍ਰੀਪੇਅਰਡ ਔਨ 4th November 1947. ਇਹ ਡਰਾਫਟ ਜਿਹੜਾ ਬਣਿਆ ਸੀ ਇਸ 'ਤੇ ਡਿਬੇਟਸ ਹੋਏ ਅਤੇ ਇਸ 'ਤੇ ਅਰਾਊਂਡ 2000 ਅਮੈਂਡਮੈਂਟਸ ਹੋਈਆਂ ਇਸ ਦੇ ਅੰਦਰ ਛੋਟੀ ਕਰੈਕਸ਼ਨਸ ਕਰਨ ਲਈ. ਐਂਡ ਇਟ ਟੁੱਕ 2 years to prepare it as a final constitution. Then again on 26 November 1949 ਇਹ ਜੋ process ਸੀਗਾ drafting editing ਦਾ it was completed and 284 members signed this document and the process of constitution making was complete. ਜਦੋਂ draft ਜਿਹੜਾ ਸੀਗਾ ਇੱਕ final ਹੋ ਗਿਆ ਉਹਨੂੰ 284 members ਨੇ sign ਕੀਤਾ and finally that draft was adopted as a constitution. Next question is, who was the president of the Constituent Assembly? कि जो Constituent Assembly सी ਉਹਦੇ president कौन सी? Option 1 is Pandit Jawaharlal Nehru, option 2 is Sardar Patel, option 3 is Dr. Rajendra Prasad, option 4 is Dr. B.R. Ambedkar. The correct answer here is option number 3, Dr. Rajendra Prasad. ਇਸ ਨੂੰ ਥੋੜ੍ਹਾ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜਦੋਂ ਆਪਣੀ ਕੌਨਸਟੀਟਿਊਐਂਟ ਅਸੈਂਬਲੀ ਬਣੀ ਸੀਗੀ ਤਦ ਉਸਦੇ ਜੋ ਪ੍ਰੈਜ਼ੀਡੈਂਟ ਸੀਗੇ ਇਟ ਵਾਜ਼ ਅ ਟੈਂਪਰਰੀ ਪ੍ਰੈਜ਼ੀਡੈਂਟ ਹੂ ਵਾਜ਼ ਡਾਕਟਰ ਸਚਿਦਾਨੰਦ ਸਿਨਹਾ. ਹੀ ਵਾਜ਼ ਇੰਟਰਿਮ ਪ੍ਰੈਜ਼ੀਡੈਂਟ, ਹੀ ਵਾਜ਼ ਟੈਂਪਰਰੀ ਪ੍ਰੈਜ਼ੀਡੈਂਟ. ਬਾਅਦ 'ਚੋਂ ਜਦੋਂ ਕੌਨਸਟੀਟਿਊਐਂਟ ਅਸੈਂਬਲੀ ਦੇ ਇਲੈਕਸ਼ਨਸ ਹੋਏ ਤਾਂ ਡਾਕਟਰ ਰਾਜੇਂਦਰ ਪ੍ਰਸਾਦ ਵਾਜ਼ ਫਾਰਮਲੀ ਇਲੈਕਟਿਡ ਐਜ਼ ਦ ਪ੍ਰੈਜ਼ੀਡੈਂਟ ਆਫ ਦ ਕੌਨਸਟੀਟਿਊਐਂਟ ਅਸੈਂਬਲੀ.
Question number 33 says, the method of impeachment of the President of India is adopted from. President of India ਦੇ removal ਲਈ ਆਪਾਂ ਇੱਕ formal word use ਕਰਦੇ ਹਾਂ impeachment, ਤੇ ਇਹ impeachment is not just a removal, it is a method, it is a process altogether. ਤਾਂ ਇਹ ਜੋ method ਸੀਗਾ ਇਹ ਆਪਾਂ ਕਿਸ country ਤੋਂ adopt ਕੀਤਾ? Option 1 is USA, option 2 is UK, option 3 is USSR, option 4 is France. The correct answer here is option 1 USA. ਜਿੱਦਾਂ ਕਿ ਆਪਾਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜੋ ਇੰਡੀਅਨ ਕੌਨਸਟੀਟਿਊਸ਼ਨ ਹੈ ਇਟ ਇਜ਼ ਨਾਟ ਪਿਓਰਲੀ ਇੰਡੀਅਨ, ਆਪਾਂ ਇਹਦੇ ਫੀਚਰਸ ਜੋ ਨੇ ਹੋਰ ਕੰਟਰੀਜ਼ ਤੋਂ ਬੋਰੋ ਕੀਤੇ ਨੇ। ਇਸੇ ਤਰ੍ਹਾਂ ਜਿੱਦਾਂ ਆਪਾਂ ਪਿਛਲੇ ਕੁਐਸਚਨ 'ਚ ਬ੍ਰਿਟੇਨ ਦੀ ਗੱਲ ਕੀਤੀ, ਇਸ ਕੁਐਸਚਨ 'ਚ ਵੀ ਆਰ ਟਾਕਿੰਗ ਅਬਾਊਟ US। ਤਾਂ ਜਿਹੜੇ ਕੁਝ ਫੀਚਰਸ ਆਪਾਂ US ਕੌਨਸਟੀਟਿਊਸ਼ਨ ਤੋਂ ਬੋਰੋ ਕੀਤੇ ਨੇ ਉਹ ਹਨ ਫੰਡਾਮੈਂਟਲ ਰਾਈਟਸ, ਇੰਡੀਪੈਂਡੈਂਸ ਆਫ ਜੁਡੀਸ਼ਰੀ, ਜੁਡੀਸ਼ੀਅਲ ਰਿਵਿਊ, ਇੰਪੀਚਮੈਂਟ ਆਫ ਦ ਪ੍ਰੈਜ਼ੀਡੈਂਟ, removal of Supreme Court and High Court judges and the post of Vice President. Next question says, who was the chairman of the Constituent Assembly? कि जो Constituent Assembly सी ਉਹਦੇ chairman कौन सी? I hope ਤੁਹਾਨੂੰ याद होएगा। Option 1 is Dr. B.R. Ambedkar, option 2 is Dr. Rajendra Prasad, option 3 is Jawaharlal Nehru, option 4 is Vallabhbhai Patel. The correct answer here is option number 2, Dr. Rajendra Prasad. ਥੋੜਾ ਇਸ ਨੂੰ ਹੋਰ ਐਕਸਪਲੇਨ ਕਰਦੇ ਹੋਏ ਕਿ ਜੋ ਕੌਨਸਟੀਟਿਊਐਂਟ ਅਸੈਂਬਲੀ ਸੀਗੀ ਇਹਦਾ ਪਰਪਸ ਸੀਗਾ ਟੂ ਰਾਈਟ ਦ ਕੌਨਸਟੀਟਿਊਸ਼ਨ ਆਫ ਇੰਡੀਆ। ਜਦੋਂ ਇੰਡੀਆ ਆਜ਼ਾਦ ਹੋਇਆ ਬ੍ਰਿਟੇਨ ਤੋਂ ਤਾਂ ਕੌਨਸਟੀਟਿਊਐਂਟ ਅਸੈਂਬਲੀ ਬਣੀ ਸੋ ਦੈਟ ਦੇ ਕੈਨ ਫਰੇਮ ਦੀ ਕੰਟਰੀਜ਼ ਓਨ ਕੌਨਸਟੀਟਿਊਸ਼ਨ। ਇੰਡੀਆ ਦਾ ਆਪਣਾ ਕੌਨਸਟੀਟਿਊਸ਼ਨ ਬਣਾਉਣ ਲਈ ਇਹ ਅਸੈਂਬਲੀ ਫਾਰਮ ਕੀਤੀ ਗਈ। ਤੇ ਡਾਕਟਰ ਰਾਜੇਂਦਰ ਪ੍ਰਸਾਦ ਵਾਜ਼ ਦ ਵਨ ਟੂ ਬਿਕਮ ਦ ਫਸਟ ਪ੍ਰੈਜ਼ੀਡੈਂਟ ਆਫ ਦ ਪ੍ਰੈਜ਼ੀਡੈਂਟ ਆਫ ਦ ਕੌਨਸਟੀਟਿਊਐਂਟ ਅਸੈਂਬਲੀ। ਜੋ ਫਾਰਮਲ ਪ੍ਰੈਜ਼ੀਡੈਂਟ ਸੀਗੇ ਉਹ ਡਾਕਟਰ ਰਾਜੇਂਦਰ ਪ੍ਰਸਾਦ ਸੀਗੇ, ਜੋ ਬਾਅਦ ਵਿੱਚ ਕੀ ਬਣਦੇ ਆ ਕੰਟਰੀ ਦੇ ਪ੍ਰੈਜ਼ੀਡੈਂਟ। ਪਹਿਲਾਂ ਹੀ ਵਾਜ਼ ਦ ਪ੍ਰੈਜ਼ੀਡੈਂਟ ਆਫ ਦ ਕੌਨਸਟੀਟਿਊਐਂਟ ਅਸੈਂਬਲੀ ਐਂਡ ਲੇਟਰ ਔਨ ਹੀ ਬਿਕਮਸ ਦ ਪ੍ਰੈਜ਼ੀਡੈਂਟ ਆਫ ਇੰਡੀਆ। Next question is, the Constitution of India describes the country as a। आई होप ਤੁਹਾਨੂੰ ਇਹ ਕੁਐਸਚਨ ਪਿਛਲੇ ਸੈਸ਼ਨ ਤੋਂ ਯਾਦ ਹੋਏਗਾ। ਇਟ ਇਜ਼ ਅ ਰਿਪੀਟਿਡ ਕੁਐਸਚਨ ਕਿ ਜੋ ਕੌਨਸਟੀਟਿਊਸ਼ਨਲ ਲੈਂਗੁਏਜ 'ਚ ਇੰਡੀਆ ਨੂੰ ਕਿੱਦਾਂ ਡਿਫਾਈਨ ਕੀਤਾ ਗਿਆ ਹੈ। ਆਪਸ਼ਨ 1 ਇਜ਼ ਦ ਯੂਨੀਅਨ ਆਫ ਸਟੇਟਸ, ਆਪਸ਼ਨ 2 ਇਜ਼ ਫੈਡਰੇਸ਼ਨ, ਆਪਸ਼ਨ 3 ਇਜ਼ ਯੂਨਿਟਰੀ ਸਟੇਟ, ਆਪਸ਼ਨ 4 ਇਜ਼ ਕਨਫੈਡਰੇਸ਼ਨ। ਦ ਕਰੈਕਟ ਆਂਸਰ ਇਜ਼ ਆਪਸ਼ਨ 1 ਦ ਯੂਨੀਅਨ ਆਫ ਸਟੇਟਸ। ਇਸ ਨੂੰ ਥੋੜ੍ਹਾ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜੋ ਪਾਰਟ 1 ਹੈ ਕੌਨਸਟੀਟਿਊਸ਼ਨ ਆਫ ਇੰਡੀਆ ਦਾ, ਭਾਰਤੀ ਸੰਵਿਧਾਨ ਦਾ ਪਾਰਟ 1 ਉਹ ਡਿਸਕ੍ਰਾਈਬ ਕਰਦਾ ਹੈ that is Bharat shall be the union of state, कि जो भारत है it is a union of states. It also mentions that the states and the territories shall be specified in the first schedule, कि first schedule च जो है सारे states and union territories ਦਾ ਆਪਾਂ ਵੇਰਵਾ ਦੇਣਾ ਹੈ। it is in the first schedule. Next question is, the concept of constitution first originated in, कि जो संविधान कॉन्स्टिट्यूशन ਇਹਦੀ ਫਾਰਮੇਸ਼ਨ ਦਾ ਕਨਸੈਪਟ ਹੈ ਇਹ ਸਭ ਤੋਂ ਪਹਿਲਾਂ ਕਿਸ ਕੰਟਰੀ 'ਚ ਇੰਟਰੋਡਿਊਸ ਹੋਇਆ? ਆਪਸ਼ਨ 1 ਇਜ਼ ਸਵਿਟਜ਼ਰਲੈਂਡ, ਆਪਸ਼ਨ 2 ਇਜ਼ ਬ੍ਰਿਟੇਨ, ਆਪਸ਼ਨ 3 ਇਜ਼ USA, ਆਪਸ਼ਨ 4 ਇਜ਼ ਜਾਪਾਨ। ਦ ਕਰੈਕਟ ਆਂਸਰ ਹੇਅਰ ਇਜ਼ ਆਪਸ਼ਨ 2 ਬ੍ਰਿਟੇਨ। ਇਸ ਨੂੰ ਥੋੜ੍ਹਾ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜੋ ਇੰਗਲੈਂਡ ਹੈ ਆਪਾਂ ਕੌਨਸਟੀਟਿਊਸ਼ਨ ਸੰਵਿਧਾਨ ਯਾਨੀ ਕਿ ਇਹਦੀ ਓਰੀਜਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕੌਨਸਟੀਟਿਊਸ਼ਨ ਦੇ ਤਾਂ ਵੀ ਟਰੇਸ ਇਟ ਬੈਕ ਟੂ ਇੰਗਲੈਂਡ, ਕਿ ਇੰਗਲੈਂਡ ਤੋਂ ਇਹ ਕੌਨਸੈਪਟ ਜੋ ਹੈ ਇਹ ਸ਼ੁਰੂ ਹੋਇਆ। ਆਲਦੋ ਜਦੋਂ ਆਪਾਂ ਹੋਰ ਹਿਸਟਰੀ 'ਚ ਪਿੱਛੇ ਚਲੇ ਜਾਈਏ ਤਾਂ ਏਂਸ਼ੀਅੰਟ ਗ੍ਰੀਕ ਐਂਡ ਰੋਮਨ ਰਿਪਬਲਿਕਸ ਜਿਹੜੇ ਸੀਗੇ ਉਹਨਾਂ 'ਚ ਵੀ ਆਪਾਂ ਨੂੰ ਇਸ ਦਾ ਥੋੜ੍ਹਾ ਐਵੀਡੈਂਸ ਮਿਲਦਾ ਹੈ। ਬਟ ਇਨ ਇੰਗਲੈਂਡ ਜਦੋਂ ਹੈਨਰੀ 1 ਦਾ ਰੂਲ ਸੀਗਾ ਤਾਂ ਇੱਕ ਚਾਰਟਰ ਆਫ ਲਿਬਰਟੀਜ਼ ਆਇਆ ਇਨ 1100s, ਜਿਸ 'ਚ ਕਿੰਗ ਨੂੰ ਕਿੱਦਾਂ ਆਪਣੇ ਅਧੀਨ ਜਿਹੜੇ ਲੋਕ ਨੇ ਉਹਨਾਂ ਨਾਲ ਕਿੱਦਾਂ ਟਰੀਟ ਕਰਨਾ ਚਾਹੀਦਾ, ਉਹਨਾਂ ਨੂੰ ਕਿੱਦਾਂ ਰੱਖਣਾ ਚਾਹੀਦਾ, ਦਿਸ ਵਾਜ਼ ਮੈਨਸ਼ਨਡ ਇਨ ਦ ਚਾਰਟਰ ਆਫ ਲਿਬਰਟੀਜ਼, ਰਾਈਟ। ਤਾਂ ਫਿਰ ਕਿ ਦਿਸ ਆਈਡੀਆ ਵਾਜ਼ ਦੈਨ ਫਰਦਰ ਐਕਸਟੈਂਡਡ, ਇਹ ਜਿਹੜੀ ਸੋਚ ਸੀਗੀ ਇਹਨੂੰ ਹੋਰ ਅੱਗੇ ਨੈਕਸਟ ਲੈਵਲ 'ਤੇ ਲੈ ਕੇ ਗਏ ਜਦੋਂ ਮੈਗਨਾ ਕਾਰਟਾ ਇੰਟਰੋਡਿਊਸ ਹੋਇਆ ਇਨ ਇੰਗਲੈਂਡ ਇਨ 1215। ਮੈਗਨਾ ਕਾਰਟਾ ਦੇ ਅੰਡਰ ਕੀ ਸੀਗਾ ਕਿ ਕਿੰਗ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਇੰਪ੍ਰਿਜ਼ਨ, ਆਊਟਲॉ, ਐਗਜ਼ਾਈਲ ਜਾਂ ਕਿਲ ਨਹੀਂ ਕਰ ਸਕਦਾ ਸੀ। ਇਸ
ਅਜਿਹਾ ਵੀ ਕੁਛ ਵੀ ਕਿਸੇ ਸਿਟੀਜ਼ਨ ਨੂੰ ਕੁਛ ਕੋਈ ਵੀ ਜੇ ਪਨਿਸ਼ਮੈਂਟ ਦੇਣੀ ਹੈ ਦੇयर ਸ਼ੁੱਡ ਬੀ ਅ ਲਾਅ ਫॉर ਇਟ। ਐਂਡ ਕਿਉਂਕਿ ਜਦੋਂ ਆਪਾਂ ਆਪਣਾ ਲਾਅ ਦੀ ਡਿਮਾਂਡ ਆਈ ਤਾਂ laws frame ਕਰਨ ਦੀ ਡਿਮਾਂਡ ਆਈ ਹਰੇਕ ਪ੍ਰੋਸੀਜਰ ਲਈ then the concept of constitution gained momentum. Next question is the provisional president of the constituent assembly was ਕਿ ਜਦੋਂ constituent assembly ਬਣੀ ਸੀਗੀ ਉਹਦੇ ਜਿਹੜੇ temporary ਜਾਂ provisional ਜਾਂ interim president ਸੀ ਕੁਝ ਸਮੇਂ ਲਈ ਜੋ ਉਹਨਾਂ ਦੇ president ਸੀਗੇ ਉਸ assembly ਦੇ ਕੌਣ ਸੀ? Option 1 is Dr. Sachidanand Sinha. Option 2 is Dr. Rajendra Prasad. Option 3 is Dr. B.R. Ambedkar. Option 4 is Pandit Jawaharlal Nehru. The correct answer here is option 1, Dr. Sachidanand Sinha. That is why Dr. Sachidanand Sinha was the first president of the Constituent Assembly. Constituent Assembly ਦੇ ਸਭ ਤੋਂ ਪਹਿਲੇ president ਜੋ ਸੀ ਉਹ Dr. Sachidanand Sinha ਸੀਗੇ। Later, Dr. Rajendra Prasad was elected and B.R. Ambedkar was appointed as the chairman of the drafting committee. Question number 38 says कि the chairman of the drafting committee of the Indian Constitution was कि जो Indian Constitution ਦੀ drafting committee ਸੀ ਉਹਦੇ chairman ਕੌਣ ਸੀਗੇ? ਆਪਾਂ ਹੁਣੇ ਪਿਛਲੇ question 'ਚ ਪੜ੍ਹਿਆ। I hope ਤੁਸੀਂ ਇੰਨੀ ਜਲਦੀ ਭੁੱਲੇ ਨਹੀਂ ਹੋਵੋਗੇ। Option 1 is Pandit Jawaharlal Nehru. Option 2 is Dr. Rajendra Prasad. Option 3 is Mahatma Gandhi. Option 4 is Dr. B.R. Ambedkar. So the correct answer here is option number 4, Dr. B.R. Ambedkar. So on 14th August 1947 एक meeting हुई। A proposal forming various committees was presented कि constitution ਨੂੰ draft ਕਰਨ ਲਈ ਬਣਾਉਣ ਲਈ ਉਸ 'ਚ advise ਕਰਨ ਲਈ ਉਸ 'ਚ help ਕਰਨ ਲਈ ਬਹੁਤ ਸਾਰੀ committees ਬਣੀਆਂ। Such committees included Committee of Fundamental Rights ਜਿੱਦਾਂ ਕਿ Committees of Fundamental Rights, Union Powers Committee and Union Constitution Committee. Then on August 29, 1947 a drafting committee was appointed। ਤਾਂ 29 ਅਗਸਤ ਨੂੰ ਇਸੇ ਤਰ੍ਹਾਂ ਇੱਕ ਡਰਾਫਟਿੰਗ ਕਮੇਟੀ ਬਣਾਈ ਗਈ ਜਿਸ ਦਾ ਕੰਮ ਸੀਗਾ ਕਿ ਪੂਰੇ ਕੌਨਸਟੀਟਿਊਸ਼ਨ ਨੂੰ ਕੰਪਾਈਲ ਕਰਨਾ ਜਿਸ ਦੇ ਚੇਅਰਮੈਨ ਸੀਗੇ ਡਾਕਟਰ ਬੀ ਆਰ ਅੰਬੇਦਕਰ ਅਲੋਂਗ ਵਿਦ 6 ਅਦਰ ਮੈਂਬਰਸ ਅਸਿਸਟਡ ਬਾਈ ਅ ਕੌਨਸਟੀਟਿਊਸ਼ਨਲ ਐਡਵਾਈਜ਼ਰ। ਡਾਕਟਰ ਬੀ ਆਰ ਅੰਬੇਦਕਰ ਅਤੇ 6 ਹੋਰ ਮੈਂਬਰਸ ਜਿਨ੍ਹਾਂ ਨੂੰ ਫਰਦਰ ਕੌਨਸਟੀਟਿਊਸ਼ਨਲ ਐਡਵਾਈਜ਼ਰ ਅਸਿਸਟ ਕਰਦੇ ਸੀਗੇ ਦੇ ਫਾਰਮਡ ਅ ਡਰਾਫਟਿੰਗ ਕਮੇਟੀ। Question number 39 is who was the chairman of the Constituent Assembly of India? It's again a repeated question and I hope ਤੁਹਾਨੂੰ ਯਾਦ ਹੋਏਗਾ। Option 1 is Dr. B.R. Ambedkar. Option 2 is Dr. Rajendra Prasad. Option 3 is Dr. B.N. Rao. Option 4 is Pandit Jawaharlal Nehru. The correct answer here is option number 2, Dr. Rajendra Prasad. Again the explanation remains the same कि जो फर्स्ट प्रेजिडेंट ਸੀਗੇ ਕੌਨਸਟੀਟਿਊਐਂਟ ਅਸੈਂਬਲੀ ਦੇ ਹੀ ਵਾਸ ਡਾਕਟਰ ਸਚਿਦਾਨੰਦ ਸਿਨਹਾ। ਹੀ ਵਾਸ ਅ ਟੈਂਪਰਰੀ ਪ੍ਰੈਜ਼ੀਡੈਂਟ ਐਂਡ ਇਹ ਕੁਝ ਸਮੇਂ ਲਈ ਹੀ ਪ੍ਰੈਜ਼ੀਡੈਂਟ ਚੁਣੇ ਗਏ ਸੀ ਬਟ ਫਾਈਨਲ ਪ੍ਰੈਜ਼ੀਡੈਂਟ ਜੋ ਚੁਣੇ ਗਏ ਕੌਨਸਟੀਟਿਊਐਂਟ ਅਸੈਂਬਲੀ ਦੇ ਹੀ ਵਾਸ ਚੋਜ਼ਨ ਬਾਈ ਦ ਪ੍ਰੋਸੈਸ ਆਫ ਇਲੈਕਸ਼ਨਸ ਹੋਏ ਅਤੇ ਡਾਕਟਰ ਰਾਜੇਂਦਰ ਪ੍ਰਸਾਦ ਬਿਕੇਮ ਦ ਪ੍ਰੈਜ਼ੀਡੈਂਟ ਆਫ ਦੀ ਕੌਨਸਟੀਟਿਊਐਂਟ ਅਸੈਂਬਲੀ ਅਤੇ ਆਉਣ ਵਾਲੇ ਸਮੇਂ 'ਚ ਡਾਕਟਰ ਰਾਜੇਂਦਰ ਪ੍ਰਸਾਦ ਆਲਸੋ ਬਿਕੇਮ ਦ ਫਸਟ ਪ੍ਰੈਜ਼ੀਡੈਂਟ ਆਫ ਇੰਡੀਆ। Moving on to the last question of this session, quotes, persons may change but rules should not change, unquote, is the principle of कि person change हो सकता है but rules नहीं change होने चाहिए। एक किस concept का principle है? Option 1 is the absolute monarchy. Option 2 constitutional government. Option 3 unwritten constitution. Option 4 republic. The correct answer here is option number 2, constitutional government. इसनू होर एक्सप्लेन करदिया होया कि जो कॉन्स्टिट्यूशन है इट इज़ द मोस्ट सुपीरियर एलिमेंट इन आर कंट्री कि जदों भी आपां कोई लीगल एडवाइस ਲਈ ਜਾਂ ਪ੍ਰਿੰਸੀਪਲਸ ਲਈ ਜਾਂ ਰੂਲਸ ਲਈ ਕਿਸੇ ਚੀਜ਼ ਨੂੰ ਰੈਫਰ ਕਰਨਾ ਹੈ ਤਾਂ ਇਟ ਇਜ਼ ਨਾਟ ਅ ਪਰਸਨ ਇਟ ਇਜ਼ ਅ ਕੌਨਸਟੀਟਿਊਸ਼ਨ।
Thus, everything that is to be governed is dictated by a set of rules enshrined in the constitution, कि जो we always have to follow the constitution first.